अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਓ ਡਿਜੀਟਲ ਕਿਸਾਨ ਪਾਕਿਸਤਾਨ। ਮੇਰੇ ਕਿਸਾਨ ਵੀਰ ਭਰਾਓ, ਬੈਕ ਸਾਈਡ ਤੇ ਯੂਰੀਆ ਖਾਦ ਦੀ ਬੋਰੀ ਤੋਂ ਨਜ਼ਰ ਆਉਂਦੀ ਪਈ ਹੋਵੇਗੀ ਤੇ ਨਾਲ ਸ਼ਬਾਜ਼ ਭਾਈ ਨਜ਼ਰ ਆਉਂਦੇ ਪਏ ਹੋਣਗੇ ਤੇ ਬੋਰੀ ਨੂੰ ਪੈਨ ਖੋਲਦੇ ਤੇ ਕਿਸਾਨ ਵੀਰ ਭਰਾਓ, ਇਹ ਖਾਦ ਦੀ ਬੋਰੀ ਮੇਡ ਇਨ ਪਾਕਿਸਤਾਨ ਹੈ, ਨਾ ਕਿ ਮੇਡ ਇਨ USA ਹੈ ਜਾਂ UK ਹੈ। ਤੇ ਕਿਸਾਨ ਵੀਰ ਭਰਾਓ, ਇਹ ਉਹ ਬੋਰੀ ਹੈਗੀ ਹੈ ਖਾਦ ਦੀ ਜਿਹੜੀ 3200 ਦੀ ਹੈਗੀ ਹੈ ਤੇ ਪਾਕਿਸਤਾਨੀ ਹੈ, ਸਾਡੇ ਮੁਲਕ ਦੀ ਬਣੀ ਹੋਈ ਖਾਦ ਹੈ, ਲੇਕਿਨ ਸਾਨੂੰ ਲੱਭਦੀ ਹੈ ਜਨਾਬ 4500 ਰੁਪਏ ਦੀ। ਤੇ ਅੱਜ ਆਪਾਂ 6 ਬੋਰੀਆਂ ਸਦਵਾਈਆਂ ਨੇ ਜਨਾਬ ਆਪਣੇ ਹਵੇਲੀ ਇਲਾਕਾ ਸ਼ਹਿਰ ਵਿੱਚੋਂ ਤੇ 4500 ਦੇ ਹਿਸਾਬ ਤੇ ਆਪਾਂ ਨੂੰ ਮਿਲੀ ਇਹ ਖਾਦ। ਤੇ ਕਿਸਾਨ ਵੀਰ ਭਰਾਓ, ਪਤਾ ਨਹੀਂ ਇਹ ਜ਼ੁਲਮ ਸਾਡੇ ਕਿਸਾਨਾਂ ਤੇ ਕਿੰਨੀ ਦੇਰ ਤੱਕ ਜਾਰੀ ਰਹੇਗਾ। ਮੇਰਾ ਖਿਆਲ ਸਾਥੀ ਹੈ ਇਹ ਉਨੀ ਦੇਰ ਹੀ ਜਾਰੀ ਰਹੇਗਾ ਜਿੰਨੀ ਦੇਰ ਅਸੀਂ ਕਿਸਾਨ ਇਸ ਮਾਫੀਆ ਦੇ ਖਿਲਾਫ ਉੱਠ ਖੜੇ ਨਹੀਂ ਹੁੰਦੇ हैं। ਤੇ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ, ਜਦੋਂ ਸਾਡੀਆਂ ਕਣਕਾਂ ਪੱਕ ਜਾਂਦੀਆਂ ਨੇ ਉਦੋਂ ਫਿਰ ਜਨਾਬ ਫੂਡ ਇੰਸਪੈਕਟਰ ACDC ਜਿਹੜੇ ਨੇ ਉਹ ਜਨਾਬ ਬੜੇ ਐਕਟਿਵ ਹੋ ਜਾਂਦੇ ਨੇ, ਕਹਿੰਦੇ ਨੇ ਵੀ ਕਿਸਾਨ ਨੂੰ ਘਰ ਰੱਖਣ ਵਾਸਤੇ ਵੀ ਕਣਕ ਨਾ ਦਿਓ, ਜਿੰਨੀ ਵੀ ਜ਼ਿਆਦਾ ਹੋ ਜਾਵੇ ਉਹਨਾਂ ਦੀ ਪਕੜ ਕੇ ਤੇ ਸੈਂਟਰਾਂ ਤੇ ਲਾਓ। ਤੇ ਹੁਣ ਪਤਾ ਨਹੀਂ ਉਹ ਕਿੱਧਰ ਖਾਮੋਸ਼ ਹੋ ਗਏ ਨੇ, ਕਿੱਧਰ ਸੋ ਗਏ ਨੇ, ਉਹਨਾਂ ਨੂੰ ਇਹ ਮਾਫੀਆ ਨਜ਼ਰ ਕਿਉਂ ਨਹੀਂ ਆਉਂਦਾ ਹੈਗਾ ਜਿਹੜਾ ਖਾਦ ਮਾਫੀਆ ਹੈਗਾ। ਤੇ ਸਾਡੇ ਜਿਹੜੇ ਕਿਸਾਨ ਹੈਗੇ ਨੇ, ਸਾਡੇ ਕਿਸਾਨਾਂ ਦੀ ਵੀ ਤਨਜ਼ੀਮਾਂ ਹੈਗੀਆਂ ਨੇ, ਪਤਾ ਨਹੀਂ ਉਹ ਕਿੱਧਰ ਗਾਇਬ ਹੋ ਗਈਆਂ ਨੇ। ਲੇਕਿਨ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਮੇਰੇ ਸਮੇਤ ਵੀ ਚਲੋ ਯਾਰ ਵਾਧੂ ਪੈਸੇ ਲੈਂਦੇ ਪਏ ਨੇ ਭਰ ਦੇਈਏ ਤੇ ਖਾਦ ਸਾਨੂੰ ਲੱਭਣੀ ਚਾਹੀਦੀ ਹੈ। ਤੇ ਮੇਰਾ ਖਿਆਲ ਹੈ ਕਿਸਾਨ ਵੀਰ ਭਰਾਓ, ਇਹ ਜ਼ੁਲਮ ਉਨੀ ਦੇਰ ਹੀ ਜਾਰੀ ਰਹੇਗਾ ਜਿੰਨੀ ਦੇਰ ਤੁਸੀਂ ਤੇ ਮੈਂ ਬਰਦਾਸ਼ਤ ਕਰਾਂਗੇ। ਤੇ ਆਓ ਹੁਣ ਸ਼ਬਾਜ਼ ਭਾਈ ਨਾਲ ਗੱਲ ਕਰੀਏ ਤੇ ਵੇਖੀਏ ਵੀ ਉਹ ਕਿਸ ਤਰ੍ਹਾਂ ਦੀ ਖਾਦ ਵਿੱਚੋਂ ਕੱਢੀ ਗਈ ਨੇ। ਸ਼ਬਾਜ਼ ਭਾਈ, ਬੋਰੀ ਖੁੱਲ ਗਈ ਤੇ ਇਹ ਵੇਖੋ ਨਾ ਦੋਸਤੋ, ਬਿਲਕੁਲ ਜੀ ਬਰੀਕ ਕਿ ਨਾਪ ਤੇ ਨਹੀਂ ਕੱਢੀ, ਬਿਲਕੁਲ ਬਰੀਕ ਦਾਣੇ ਵਾਲੀ ਖਾਦ ਹੈ ਤੇ ਕੀਮਤ ਗਿਰਾਵਟ ਵੀ ਆ ਗਈ ਹੈ ਜਨਾਬ। 3200 ਦੀ ਬੋਰੀ ਜਿਹੜੀ ਹੈ ਉਹ ਲੱਭਦੀ ਪਈ ਹੈ ਜਨਾਬ ਸਾਨੂੰ 4500 ਦੀ। ਤੇ ਚਲੋ ਜੀ, ਲੈ ਚਲੋ ਅੱਲਾ ਨੂੰ ਯਾਦ ਕਰਕੇ। ਤੇ ਇਹ ਜ਼ੁਲਮ ਕਿਸਾਨ ਵੀਰ ਭਰਾਓ ਉਨੀ ਦੇਰ ਹੀ ਜਾਰੀ ਰਹੇਗਾ ਜਿੰਨੀ ਦੇਰ ਅਸਾਂ ਬਰਦਾਸ਼ਤ ਕਰਾਂਗੇ। ਇਹ ਹੁਣ ਤੁਸੀਂ ਹਿਸਾਬ ਲਾ ਲਓ, ਇਹ ਆਪਣੇ ਮੁੰਜੀ ਵੇਖ ਲਓ, ਮੁੰਜੀ ਦੀ ਫਸਲ ਡਿੱਗੀ ਪਈ ਹੈ, ਲੇਕਿਨ ਇਹਦਾ ਜਿਹੜਾ ਰੇਟ ਹੈ ਮਾਰਕੀਟ 'ਚ ਉਹ ਵੀ ਡਿੱਗ ਪਿਆ ਹੈ। ਇਹ ਫਸਲ ਹੈਗੀ ਹੈ 1509 ਦੀ, ਮੰਡੀ 'ਚ ਅੱਜ ਤੋਂ 15 ਦਿਨ ਪਿਛਾਂ ਚਲੀਏ ਜਾਈਏ ਤੇ 5700 ਤੇ 40 ਕਿਲੋਗ੍ਰਾਮ ਹੈਗੇ ਸਨ ਤੇ ਹੁਣ ਮੰਡੀ ਦੇ ਵਿੱਚ 4200 ਦੇ ਵਿਕਦੇ ਪਏ ਨੇ। ਮੇਰਾ ਨਹੀਂ ਖਿਆਲ ਵੀ ਇਹ ਮਜ਼ੀਦ ਅੱਗੇ ਜਾਵੇਗਾ, ਲੇਕਿਨ ਇਹ ਉਸ ਵੇਲੇ ਰੇਟ ਇਹਦਾ ਅੱਗੇ ਜਾਵੇਗਾ ਜਦੋਂ ਕਿਸਾਨਾਂ ਕੋਲ ਵੀ ਫਸਲ ਨਿਕਲ ਕੇ ਇਸ ਮਾਫੀਆ ਦਿੱਤੀ ਚੜ ਜਾਵੇਗੀ। ਤੇ ਮਾਫੀਆ ਫਿਰ ਆਪਣੀ ਮਰਜ਼ੀ ਨਾਲ 6000 7000 ਦਾ 40 ਕਿਲੋਗ੍ਰਾਮ ਮੁੰਜੀ ਦਾ ਵੇਚਣਗੇ। ਲੇਕਿਨ ਅਫਸੋਸ ਹੈ ਵੀ ਸਾਡੇ ਮੁਲਕ ਵਿੱਚ ਕਾਨੂੰਨ ਨਾਂ ਦੀ ਕੋਈ ਸ਼ੈ ਨਹੀਂ ਹੈਗੀ, ਲਾ ਕਾਨੂੰਨੀਅਤ ਹੈ। ਤੇ ਇਹ ਅੱਲਾ ਹੀ ਬਿਹਤਰ ਜਾਣਦਾ ਵੀ ਕਦੋਂ ਲਾ ਕਾਨੂੰਨੀਅਤ ਜਿਹੜੀ ਹੈ ਇਹ ਕਾਨੂੰਨ ਵਿੱਚ ਤਬਦੀਲ ਹੋਵੇਗੀ। ਤੇ ਦੋਸਤੋ, ਇਹ ਹੁਣ ਵੇਖ ਸਕਦੇ ਹੋ ਵੀ ਸ਼ਬਾਜ਼ ਭਾਈ ਸੁੱਟਦੇ ਪਏ ਨੇ ਖਾਦ। ਇਹ 1509 ਹੈਗੇ ਨੇ ਤੇ ਇੱਥੇ ਪਹਿਲਾਂ ਲੱਗੇ ਹੋਏ ਸਨ ਈਰੀ ਫਾਈਨ। ਤੇ ਈਰੀ ਫਾਈਨ ਜਿਹੜੇ ਨੇ ਉਹ 85 ਦਿਨਾਂ 'ਚ ਤਿਆਰ ਹੋਏ ਸਨ ਤੇ ਉਹਨਾਂ ਦੀ ਕਟਾਈ ਤੋਂ ਬਾਅਦ ਆਹ ਲਾਈਨ ਜਿਹੜੀ ਹੈ 3 ਕਿੱਲਿਆਂ ਦੀ ਇਹ ਦੁਬਾਰਾ ਲਾ ਦਿੱਤੀ ਆਪਾਂ 1509 ਦੀ। ਤੇ ਇਹ ਖਾਦ ਜਿਹੜੀ ਇਹ ਆਪਾਂ ਤੀਸਰੀ ਵਾਰੀ ਪਾਉਂਦੇ ਪਏ ਹਾਂ। 3 ਬੋਰੀਆਂ ਯੂਰੀਆ ਦੀ ਹੋ ਗਈਆਂ, ਆਖਰੀ ਖਾਦ ਹੀ ਹੈ ਕਿਉਂਕਿ ਖਾਦ ਤਾਂ ਇੰਨੀ ਨਾਯਾਬ ਹੋ ਗਈ ਹੈ ਵੀ ਰੇਟ ਉਹਨਾਂ ਦੀ ਮਰਜ਼ੀ ਦਾ। ਪਹਿਲੇ ਤਾਂ ਹੁੰਦਾ ਸੀ ਕੋਈ ਡਰ ਖੌਫ ਉਹਨਾਂ ਨੂੰ ਹੁੰਦਾ ਸੀ ਵੀ ਉਹ ਕਹਿੰਦੇ ਸਨ ਵੀ ਜਿਹੜੇ ਨੇ ਉਹ ਆਪਣੀ ਦੁਕਾਨਾਂ ਤੇ ਰੱਖਦੇ ਵੀ ਨਹੀਂ ਸੀ, ਲੇਕਿਨ ਹੁਣ ਹਰ ਦੁਕਾਨ ਤੇ ਸਰੇਆਮ ਸਿੱਧੀ ਖਾਦ ਪਈ ਹੈ ਤੇ ਕੋਈ ਪੁੱਛਣ ਦੱਸਣ ਵਾਲਾ ਨਹੀਂ। ਜਦੋਂ ਉਹ ਕੋਈ ਪੁੱਛਦੇ ਦੱਸਦੇ ਨੇ ਫਿਰ ਕਿਸਾਨਾਂ ਨੂੰ ਜਨਾਬ ਖਾਦ ਵੇਖਣ ਜੋਗੀ ਵੀ ਨਹੀਂ ਲੱਭਦੀ ਹੈਗੀ। ਹੁਣ ਮਿਲਦੀ ਤਾਂ ਪਈ ਹੈ ਲੇਕਿਨ ਰੇਟ ਤੇ ਨਹੀਂ ਮਿਲਦੀ ਪਈ। ਤੇ ਪਤਾ ਨਹੀਂ ਜਦੋਂ ਅਸੀਂ ਉਹਨਾਂ ਕੋਲ ਸਵਾਲ ਕਰਨੇ ਆ, ਇਹ ਆਪਣੇ ਜਿਹੜੇ ਹੈਗੇ ਨੇ ਦੁਕਾਨਦਾਰ ਡੀਲਰ, ਉਹ ਕਹਿੰਦੇ ਨੇ ਭਾਈ ਤੁਹਾਡੀ ਜਿਹੜੀ ਖਾਦ ਹੈ ਨਾ, ਅੱਲਾ ਦਾ ਸ਼ੁਕਰ ਅਦਾ ਕਰੋ, ਇਹ ਸਰਹੱਦੋਂ ਪਾਰ ਜਾ ਰਹੀ ਹੈ, ਇਹ ਅਫਗਾਨਿਸਤਾਨ ਜਾ ਰਹੀ ਹੈ। ਤੇ ਪਿਛਲੇ ਦਿਨ ਮੇਰੇ ਖਿਆਲ 8-9 ਦਿਨ ਦਾ ਅਫਗਾਨਿਸਤਾਨ ਦਾ ਬਾਰਡਰ ਵੀ ਬੰਦ ਰਿਹਾ, ਲੇਕਿਨ ਖਾਦ ਫਿਰ ਵੀ ਉਸੇ ਜਗ੍ਹਾ 'ਤੇ ਖੜੀ ਹੈਗੀ ਹੈ, ਮੰਗੀ 4500 ਤੇ। ਉਸ ਦੇ ਨਾਲ ਅਗਰ ਇਹ ਖਾਦ ਜਿਹੜੀ ਹੈ ਬਾਹਰੋਂ ਆਉਂਦੀ ਤੇ ਇਹਦੇ 'ਤੇ ਲੱਗਦੇ ਟੈਕਸ ਜਿਸ ਤਰੀਕੇ DAP ਦੇ, ਫਿਰ ਤਾਂ ਮੇਰਾ ਖਿਆਲ ਹੈ ਵੀ ਸਾਡੇ ਕੋਲੋਂ ਕੋਈ ਖਾਦ ਖਰੀਦੀ ਹੀ ਨਹੀਂ ਜਾਣੀ ਸੀ। ਤੇ
ਤੁਸੀਂ ਅੰਦਾਜ਼ਾ ਲਾਓ ਵੀ ਡੀਏਪੀ ਜਿਹੜੀ ਹੈ ਟੈਕਸ ਵਾਲੀ ਖਾਦ ਉਹ ਹਰ ਦੁਕਾਨ ਤੇ ਪਈ ਹੈਗੀ ਜੇ, ਜਿੱਥੋਂ ਦਿਲ ਕਰਦਾ ਤੁਸੀਂ ਲੈ ਸਕਦੇ ਹੋ। ਜਦੋਂ ਤੁਸੀਂ ਯੂਰੀਆ ਲੈਣੀ ਹੈ ਉਹਨਾਂ ਕੋਲ ਪਈ ਹੋਵੇਗੀ, ਪਹਿਲੇ ਪੁੱਛਣਗੇ ਕਿੰਨੀਆਂ ਬੋਰੀਆਂ ਲੈਣੀਆਂ ਨੇ, ਫਿਰ ਆਪਣੀ ਮਰਜ਼ੀ ਦਾ ਰੇਟ ਦੱਸਣਗੇ। ਫਿਰ ਅਗਰ ਉਹਨਾਂ ਨੂੰ ਕਹੀਏ ਵੀ ਸਾਨੂੰ ਬਿੱਲ ਦਿਓ, ਫਿਰ ਉਹ ਕਹਣਗੇ ਵੀ ਬਿੱਲ ਛਿੱਲ ਕੋ ਨਹੀਂ ਹੈਗਾ, ਖਾਦ ਲੈਣੀ ਨਾ ਤੇ ਲਾਓ, ਨਹੀਂ ਲੈਣੀ ਨਾ ਕੋਈ ਖਾਦ ਨਹੀਂ ਹੈਗੀ। ਆਹ ਵੀ 2 ਬੋਰੀਆਂ ਜਿਹੜੀਆਂ 5 ਪਈਆਂ ਨੇ, ਇਹ ਵੀ ਕਿਸੇ ਜ਼ਮੀਂਦਾਰ ਦੀਆਂ ਹੈਗੀਆਂ ਨੇ, ਸਾਡੀਆਂ ਤੇ ਇਹ ਵੀ ਨਹੀਂ ਹੈਗੀਆਂ। ਤੇ ਇਹਨਾਂ ਕੋਲੋਂ, ਦੁਕਾਨਦਾਰਾਂ ਕੋਲੋਂ ਜਾਂ ਡੀਲਰਾਂ ਕੋਲੋਂ ਖਾਦ ਬਰ ਵਕਤ ਮੁਹੱਈਆ ਕਰਵਾਉਣੀ ਹਕੂਮਤ ਦੀ ਜ਼ਿੰਮੇਵਾਰੀ ਹੈ, ਨਾ ਕਿ ਕਿਸਾਨਾਂ ਦੀ। ਤੇ ਜਾਂ ਫਿਰ ਗਵਰਨਮੈਂਟ ਜਿਹੜੀ ਹੈ ਖੁਦ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਖਾਦ ਮੁਹੱਈਆ ਕਰੇ, ਜਿਸ ਤਰੀਕੇ ਯੂਟਿਲਿਟੀ ਸਟੋਰਾਂ ਦਾ ਕੋਈ ਹਿਸਾਬ ਕਿਤਾਬ ਲਾਉਣ, ਉਸੇ ਤਰੀਕੇ ਉੱਥੋਂ ਦੇਵਣ ਖਾਦ, ਲੇਕਿਨ ਪੂਰੇ ਰੇਟ ਤੇ ਕਿਸਾਨਾਂ ਨੂੰ ਖਾਦ ਮਿਲਣੀ ਚਾਹੀਦੀ ਹੈ। ਇਹ ਜ਼ੁਲਮ ਬੰਦ ਹੋਣਾ ਚਾਹੀਦਾ ਹੈ ਜਿਹੜਾ ਕਿਸਾਨਾਂ ਤੇ ਹੋ ਰਿਹਾ ਹੈ। ਹੁਣ ਅੰਦਾਜ਼ਾ ਲਾਓ ਵੀ ਜਿਹੜੇ ਹਾਈਬ੍ਰਿਡ ਮੁੰਜੀ ਹੈਗੀ ਹੈ ਉਹ 3800 ਤੋਂ ਆਈ ਪਈ ਹੈ ਜਨਾਬ, 2800 ਤੱਕ 1000 ਰੁਪਈਆ ਉਹ ਘਟ ਗਿਆ, 1700 ਰੁਪਈਆ 1509 ਘਟ ਗਿਆ। ਤੇ ਜਦੋਂ ਇਹ ਮੁੰਜੀ ਮਾਫੀਆ ਕੋ ਜਾਵੇਗੀ, ਜਿਸ ਤਰੀਕੇ ਕਣਕ ਮਾਫੀਆ ਕੋ ਗਈ ਚਲੀ ਹੈ, ਤੇ ਫਿਰ ਕਣਕ ਦਾ ਰੇਟ 4000 ਤੋਂ 4800 ਹੋ ਜਾਂਦਾ ਹੈ। ਇਸੇ ਤਰੀਕੇ ਮੁੰਜੀ ਦਾ ਰੇਟ ਜਿਹੜਾ ਹੈ ਇਹ ਫਿਰ 6000 7000 ਤੱਕ ਜਾਵੇਗਾ। ਲੇਕਿਨ ਇਹ ਉਸ ਵੇਲੇ ਜਾਵੇਗਾ ਜਦੋਂ ਸਾਡੇ ਜ਼ਮੀਂਦਾਰ ਵੀਰ ਭਰਾਵਾਂ ਕੋਲ ਕੱਖ ਨਹੀਂ ਬਚੇਗਾ। ਤੇ ਕਿਸਾਨ ਵੀਰ ਭਰਾਓ, ਇਹ ਮੇਰੀ ਵੀਡੀਓ ਬਣਾਉਣ ਦਾ ਮਕਸਦ ਸੀ, ਪੈਗਾਮ ਦੇਣਾ ਸੀ ਕਿ ਆਹ ਖਾਦ ਵਾਲਾ ਜਿਹੜਾ ਜ਼ੁਲਮ ਹੈ ਨਾ, ਇਹ ਬੰਦ ਕੀਤਾ ਜਾਵੇ। ਤੇ ਹੁਣ ਮੈਂ ਤੁਹਾਡੇ ਤੋਂ ਲੈਣਾ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਵੱਟੂ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।